Students, last time you studied about stereoisomerism. Stereoisomerism ਦੇ ਵਿੱਚ ਬੇਟਾ ਜਿਹੜੇ isomeric compounds ਹੁੰਦੇ ਨੇ they differ from each other in a relative arrangement of groups around any carbon. So ਇਹਦੇ ਵਿੱਚ ਦੋ ਕਿਸਮ ਦੇ ਆ ਜਾਂਦੇ ਆ further stereoisomers. First category is configurational isomers which cannot be converted into each other without breakage of bonds. So rotation ਦੇ ਨਾਲ ਇੱਕ ਦੂਜੇ 'ਚ ਨਹੀਂ change ਹੋ ਸਕਦੇ. They are though they give non-superimposable mirror images. ਬਸ ਇਹੀ ਹੈ ਕਿ ਉਹਨਾਂ ਨੂੰ ਬੌਂਡ ਤੋੜੇ ਤੋਂ ਬਿਨਾਂ ਇੱਕ ਦੂਜੇ ਦੇ ਵਿੱਚ ਆਈਸੋਮਰਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਸੋ ਉਹਦੇ ਅੰਡਰ ਆਉਂਦਾ ਆਪਟੀਕਲ ਆਈਸੋਮਰਿਜ਼ਮ ਐਂਡ ਜਿਓਮੈਟਰੀਕਲ ਆਈਸੋਮਰਿਜ਼ਮ। ਸੈਕਿੰਡ ਕੈਟੇਗਰੀ ਉਹਨੂੰ ਕਨਫਰਮੇਸ਼ਨਲ ਆਈਸੋਮਰਿਜ਼ਮ ਕਹਿੰਦੇ ਆ। ਇਹਦੇ 'ਚ ਵੀ ਬੇਸ਼ੱਕ ਕੰਪਾਊਂਡਸ ਨੋਨ ਸੁਪਰਇੰਪੋਜ਼ੇਬਲ ਮਿਰਰ ਇਮੇਜਸ ਹੁੰਦੇ ਨੇ ਬਟ ਦੇ ਕੈਨ ਬੀ ਕਨਵਰਟਡ ਇਨਟੂ ਈਚ ਅਦਰ ਬਾਈ ਰੋਟੇਸ਼ਨ ਅਰਾਊਂਡ ਸਿੰਗਲ ਬੌਂਡ। ਸੋ ਉਸ ਤੋਂ ਬਾਅਦ ਫਸਟ kind of stereoisomerism is optical isomerism. Optical isomerism ਹੁੰਦਾ ਹੈ ਜਿਹਦੇ ਵਿੱਚ isomeric compounds resemble one another in their chemical and most of the physical properties, but they differ with each other in terms of effect on polarized light. So ਉਹ light ਦੀ rotation right ਨੂੰ ਕਰਦੇ ਆ ਕਿ left ਨੂੰ ਕਰਦੇ ਆ, clockwise ਹੁੰਦੀ ਹੈ ਕਿ anti clockwise direction 'ਚ rotate ਕਰਦੇ ਆ। ਸੋ ਉਹਦੇ 'ਤੇ ਡਿਪੈਂਡ ਕਰਦਾ ਹੈ, ਉਹਦੇ 'ਚ ਹੀ ਫਰਕ ਹੈ। ਸੋ ਉਹਦੇ ਲਈ ਸਾਨੂੰ ਕੁਝ ਟਰਮ ਸਿੱਖਣੀਆਂ ਪੈਣੀਆਂ ਨੇ ਟੂ ਨੋ ਅਬਾਊਟ ਆਪਟੀਕਲ ਆਈਸੋਮਰਿਜ਼ਮ। ਸਭ ਤੋਂ ਪਹਿਲਾਂ ਤਾਂ ਟੈਟਰਾਹੈਡਰਲ ਕਨਸੈਪਟ ਆਫ ਕਾਰਬਨ ਕਿ ਆਹ ਫਾਰਮੂਲਾ ਟੈਟਰਾਹੈਡਰਲ ਕਾਰਬਨ ਹੈ ਮਿਡਲ ਵਾਲੀ, ਦਿਸ ਇਜ਼ ਕਾਰਬਨ, ਅਤੇ ਆਹ ਚਾਰ ਨੇ ਜਿਹੜੀਆਂ ਇਹ ਆਪਾਂ ਹਾਈਡਰੋਜਨ CH4 ਦਾ ਇਹ ਮੋਲੀਕਿਊਲ ਦਿਖਾਇਆ ਹੋਇਆ। ਸੋ ਦੇਰ ਆਰ 4 ਬੌਂਡਸ ਵਿਦ ਐਨ ਐਂਗਲ ਆਫ 109 ਪੁਆਇੰਟ, ਤੁਸੀਂ ਪਹਿਲਾਂ ਪੜ੍ਹਿਆ ਹੀ ਹੈ ਨਾ, 28 ਡਿਗਰੀ ਜਾਂ 109.5 ਇਹਨੂੰ ਕਹਿ ਦਿੰਦੇ ਹੋ। ਸੋ ਦਿਸ ਕੈਨ ਬੀ ਰਿਪਰੈਜ਼ੈਂਟਡ, ਦਿਸ ਇਜ਼ ਮੋਲੀਕੂਲਰ ਮਾਡਲ, ਇਟ ਕੈਨ ਬੀ ਰਿਪਰੈਜ਼ੈਂਟਡ ਬਾਈ ਦਿਸ ਫਾਰਮੂਲਾ ਜਿਹਦੇ 'ਚ ਦੋ ਬੌਂਡਸ ਆਪਾਂ C ਦੇ ਨਾਲ A ਦਿਖਾਏ ਹੋਏ ਨੇ ਦੈਟ ਦੇ ਆਰ ਵਿਦ ਸਿੰਪਲ ਲਾਈਨਸ ਕਿ ਉਹ ਜੋ ਵੀ ਸ਼ੀਟ ਆਪਣੀ ਪਲੇਨ ਪੇਪਰ ਹੈ ਉਹਦੇ 'ਤੇ ਕਾਰਬਨ ਵੀ ਉਹਦੇ 'ਤੇ ਪਈ ਹੋਈ ਹੈ ਅਤੇ ਇੱਕ ਲਾਈਨ ਉੱਪਰ ਨੂੰ ਲਾ ਕੇ ਆਪਾਂ A ਲਿਖਿਆ ਹੋਇਆ ਤਾਂ ਉਹ ਬੌਂਡ ਹੈ ਜਿਹੜਾ these two bonds they lie in plane of paper। ਜੇ ਲਾਈਨਾਂ ਲਾ ਦਈਏ ਕਾਰਬਨ ਤੋਂ ਦੋ ਉੱਪਰ ਨੂੰ ਅਤੇ ਇੱਕ ਸਾਈਡ ਨੂੰ, ਸੋ they represent two groups associated to the carbon। ਅੱਛਾ, ਹੁਣ ਜਿਹੜਾ ਇੱਕ ਦਿਖਾਇਆ ਹੋਇਆ dotted bond, so this one, so this represents that it is projected away from you, so ਪੇਪਰ ਦੇ ਪਲੇਨ ਤੋਂ ਬਾਹਰ ਨੂੰ ਪਿੱਛੇ ਨੂੰ ਜਾ ਰਿਹਾ, so that is shown by dotted lines। and this wedge shaped bond, this one, so ਕਿਉਂਕਿ ਇਹ ਮੋਟਾ ਦਿਖਾਇਆ ਹੋਇਆ this means it is projected towards you, ਉਹ ਵੀ ਪਲੇਨ ਪੇਜ ਤੋਂ ਉੱਪਰ ਨੂੰ ਉੱਠਿਆ ਹੋਇਆ, ਇੱਕ ਡਾਟਡ ਹੈ ਜਿਹੜਾ ਉਹ ਪਿੱਛੇ ਜਾ ਰਿਹਾ। so this is representation wedge projection formula to show the relative arrangement of 4A groups around carbon। okay, then is what is polarized light? Polarized light, you know, when light is traveling in a straight line, it is a electromagnetic radiations ਕਹਿੰਦੇ ਹੋ ਕਿ they are having electric and magnetic fields at right angles to each other। ਤਾਂ ਉਹਦੀ ਆਪਾਂ ਵਾਈਬ੍ਰੇਸ਼ਨਸ ਕਹਿੰਦੇ ਹਾਂ ਕਿ ਲਾਈਟ ਦੀਆਂ ਸਾਰੀ ਡਾਇਰੈਕਸ਼ਨ 'ਚ ਹੋਣਗੀਆਂ। ਜੇ ਸਟ੍ਰੇਟ ਲਾਈਨ 'ਚ ਜਾਂਦੀ ਉਹਦੇ ਐਟ ਰਾਈਟ ਐਂਗਲਸ ਸਾਰੇ ਪਾਸਿਆਂ ਨੂੰ ਵਾਈਬ੍ਰੇਸ਼ਨਸ ਉਹਦੀਆਂ ਹੁੰਦੀਆਂ ਨੇ। ਓਕੇ, ਦਿਸ ਮੀਨਸ ਲਾਈਟ ਆਫ, ਇਫ ਵੀ ਆਰ ਹੈਵਿੰਗ ਲਾਈਟ ਆਫ ਮਿਕਸਡ ਵੇਵਲੈਂਥਸ ਤਾਂ ਵੀ ਉਹਦੀਆਂ ਜਿਹੜੀ ਵਾਈਬ੍ਰੇਸ਼ਨਸ ਨੇ ਜਿਸ ਤਰ੍ਹਾਂ ਆਹ ਦਿਖਾਇਆ ਹੋਇਆ ਸਾਰੇ ਪਲੇਨ 'ਚ ਹੋਣਗੀਆਂ, ਉੱਪਰ ਨੂੰ, ਸਾਈਡ ਨੂੰ, ਰਾਈਟ ਨੂੰ, ਲੈਫਟ ਨੂੰ, ਸਾਰੇ ਸਾਈਡਸ 'ਤੇ ਦੇਰ ਆਰ ਵਾਈਬ੍ਰੇਸ਼ਨਸ ਇਨ ਆਲ ਡਾਇਰੈਕਸ਼ਨਸ। ਅੱਛਾ, ਉਸ ਲਾਈਟ ਨੂੰ ਬੇਟਾ ਜਿਵੇਂ ਸਨਲਾਈਟ ਆ ਉਹਦੇ 'ਚ ਵਿਬ ਗਿਓਰ ਤੁਸੀਂ ਕਹਿੰਦੇ ਹੋ, ਦੇਰ ਆਰ 7 ਫ੍ਰੀਕੁਐਂਸੀਜ਼। ਇਫ ਵੀ ਸਪਲਿਟ ਦੈਟ ਲਾਈਟ, if we filter that light in such a way after passing through the prism, ਤਾਂ ਇੱਕ ਜਿਹੜੀ ਅਸੀਂ ਡਾਇਰੈਕਸ਼ਨ 'ਚ ਹੀ ਜਾਵੇ ਤਾਂ ਕਿ ਲਾਈਟ ਬਾਕੀ ਦੀਆਂ ਜਿਹੜੀਆਂ ਕੱਟ ਆਫ ਹੋ ਜਾਣ ਰੇਡੀਏਸ਼ਨਸ, ਕਿ ਜਸਟ ਸਿੰਗਲ ਡਾਇਰੈਕਸ਼ਨ 'ਚ ਹੀ ਵਾਈਬ੍ਰੇਸ਼ਨਸ ਹੋ ਰਹੀਆਂ ਲਾਈਟ ਦੀਆਂ, ਤਾਂ ਉਹਨੂੰ ਕਹਿੰਦੇ ਆ ਪੋਲਰਾਈਜ਼ਡ ਲਾਈਟ। ਸੋ ਇਟ ਮੇ ਬੀ ਆਫ ਸਿੰਗਲ ਫ੍ਰੀਕੁਐਂਸੀ, ਜੇ ਸਿੰਗਲ ਫ੍ਰੀਕੁਐਂਸੀ ਦੀ ਹੁੰਦੀ ਹੈ ਤਾਂ ਮੋਨੋਕ੍ਰੋਮੈਟਿਕ ਲਾਈਟ ਕਹਿੰਦੇ ਆ। ਜਨਰਲੀ ਵੀ ਯੂਜ਼ ਸਿੰਗਲ ਫ੍ਰੀਕੁਐਂਸੀ ਔਰ ਸਿੰਗਲ ਵੇਵਲੈਂਥ ਰੇਡੀਏਸ਼ਨਸ, ਕਿਉਂਕਿ ਵਾਈਟ ਲਾਈਟ ਦੇ ਵਿੱਚ ਤਾਂ ਸਾਰੀਆਂ ਨੇ ਨਾ। ਅੱਛਾ, ਹੁਣ ਸਿੰਗਲ ਫ੍ਰੀਕੁਐਂਸੀ ਦੀਆਂ ਪਹਿਲੀ ਗੱਲ ਤਾਂ ਵਾਈਬ੍ਰੇਸ਼ਨ ਸਾਰੀ ਸਾਈਡ ਨੂੰ ਹੁੰਦੀਆਂ ਜਿਸ ਤਰ੍ਹਾਂ ਦਿਖਾਇਆ ਹੋਇਆ। ਦੈਨ ਪਾਸਿੰਗ ਇਟ ਥਰੂ 2 Nicol prisms which are joined together, so we get
this light whose vibrations are along one direction only. So ये होगी polarized light ਤੇ ਜਿਹਦੇ ਵਿੱਚੋਂ ਲੰਘ ਕੇ ਇਹ arrangement ਆਇਆ that is polarizer. So prisms ਨੂੰ ਅਸੀਂ polarizer ਕਹੀਏ. Okay, then अगली जी टर्म है सीखनी ऑप्टिकल एक्टिविटी की होंगी है. सो ऑप्टिकल एक्टिविटीज़ के बहुत सारिया मॉलीक्यूल्स ने सारे किस्म के मॉलीक्यूल्स नहीं चेंज करते डायरैक्शन ऑफ लाइट. जो लाइट वो पास करते हैं दे रोटेट द प्लेन ऑफ लाइट आइदर टू इन क्लॉकवाइज टू लैफ्ट. लैफ्ट तो हो गया कह लो क्लॉकवाइज डायरैक्शन. जो लीवर रोटेटरी वो लैफ्ट नूं करते एंटी क्लॉकवाइज डायरैक्शन करते हैं. सो दे आर said to be optically active. So substances which can rotate the plane of polarized light are said to be optically active and property is called optical activity. अच्छा हुण उस तो बाद बेटे ये करते मेजर का देना पोलैरीमीटर ना करते हैं है ना. सो इंस्ट्रूमेंट यूज टू मेजर दैट इज टू मेजर द रोटेशन ऑफ प्लेन ऑफ पोलराइज लाइट बाय अ सबसटेंस इज पोलैरीमीटर. अच्छा फिर उस तो बाद जी ये पोलराइजेशन है कि कितनी रोटेशन होनी है डिपेंड करती है कि कंपाउंड किस तरह का नेचर ऑफ द कंपाउंड लेंथ ऑफ द जी ट्यूब के पा के असीं मेजर करांगे लेंथ ऑफ द कॉलम कंसनट्रेशन ऑफ द सोल्यूशन डाइल्यूट है कि कंसनट्रेटेड है सॉल्वेंट किहो जिहा लिया होया टैंपरेचर कितना है वेव लेंथ लाइट यूज़ की कितनी है. सो ये जस्ट टू सी के जस्ट टू लर्न के हाउ मैनी फैक्टर्स आर रिस्पॉन्सिबल फॉर रोटेशन ऑफ light by the given compound, given organic compound. Then comes term specific rotation. Specific rotation ਨੂੰ ਇਸ ਤਰ੍ਹਾਂ अल्फा ਨਾਲ रिप्रजेंट करते ਹੁੰਦੇ हैं. अल्फा D नीचे लिखते हैं ऊपर T लिखते हैं. सो ਇਹਨੂੰ ਕਹਿੰਦੇ ਆ specific rotation. ਇਹ ਦਿੰਦੇ ਕਿਵੇਂ ਆ कि कितना एंगल रोटेट किया observed angle of rotation divided by length of the tube in which sample solution is taken. है ना जी liquid चीज़ है ਉਹ ਲਈ ਹੋਈ ਹੈ ਕਾਹਦੇ 'ਚ ਭਰੀ ਹੋਈ ਜਿਹੜਾ ਸੈੱਲ ਆ ਉਹਦੀ ਲੈਂਥ ਕਿੰਨੀ ਹੈ. ਡੀ ਇਜ਼ ਡੈਂਸਿਟੀ ਆਫ ਦ ਸੋਲਿਊਸ਼ਨ. ਸੋ ਜਿਹੜੀ ਡੈਂਸਿਟੀ ਹੁੰਦੀ ਹੈ ਉਹ ਗ੍ਰਾਮ ਪਰ ml ਦੇ ਵਿੱਚ ਹੈ ਅਤੇ ਲੈਂਥ ਜਨਰਲੀ ਟੇਕਨ ਇਜ਼ 1 ਡੈਸੀਮੀਟਰ ਵਿਚ ਇਜ਼ 10 ਸੈਂਟੀਮੀਟਰ. ਸੋ ਡੈਂਸਿਟੀ ਗ੍ਰਾਮ ਪਰ ml ਆ ਜਾਂਦੀ ਹੈ ਜੇ ਅਸੀਂ ਲਈ ਕਿ ਇੰਨੇ ਗ੍ਰਾਮਸ ਕਿੰਨੇ ml ਦੇ ਵਿੱਚ ਕੀਤੀ ਹੋਈ. ਫੋਰ ਐਗਜ਼ਾਮਪਲ ਇਫ ਦੇਰ ਆਰ 3 grams dissolved per ml ਜਾਂ 3 grams dissolved in 10 ml 3/10 ਤਾਂ 0.3 gram per ml आ जाना. So this is specific rotation. Then comes elements of symmetry. जो हुण बेटा 3 जनरल टर्म्स यूज़ करते हैं एलीमेंट्स ऑफ सिमेट्री दस्सण लई किसी भी मॉलीक्यूल दी स्ट्रक्चर लैण लई. तुहानूं कोई जनरल सबसटेंसिस कोई ऑब्जैक्ट्स दे के भी जिवें बीकर दिखाया होया एक्सप्लेन करन दी बुक वाले ने भी कोशिश की हुई है. पहला सिंपल चीज़ां 'च आपां देख लांगे कि किस तरह आउंदा है. सो पहला जिहड़ा हैगा दैट इज़ प्लेन ऑफ सिमेट्री. प्लेन हुंदा है कि जिवें जे तुसीं लै रहे हो कोई पेज लै रहे हो या कोई आरी लै रहे हो है ना उन्होंने कट्टण वास्ते कोई लै रहे हो. सो इट इज़ 2 डायमैंशनल ऑब्जैक्ट कि तुसीं कोई ब्लेड लिया उहदी लंबाई भी है चौड़ाई भी है ना. या फिर कोई पेज ना तुसीं कुछ कट कर रहे हो किसी गत्ते ना कट कर रहे हो. सो इट इज़ 2 डायमैंशनल थिंग. सो की कहते हैं इट्स एन इमेजनरी प्लेन क्योंकि इमेजनरी आप ज्यूम करके देखते हैं ना हुण मॉलीक्यूल नूं तोड़ कट तां सकदे ने बहुत छोटा है ਉਹਦੇ ਵਿੱਚੋਂ ਦੀ ਆਪਾਂ ਪਾਸ ਤਾਂ ਕਰ ਨਹੀਂ ਸਕਦੇ ਅਜ਼ਿਊਮ ਕਰ ਸਕਦੇ ਹਾਂ ਇਮੈਜਿਨ ਕਰ ਸਕਦੇ ਹਾਂ. ਸੋ ਇਟਸ ਐਨ ਇਮੈਜਨਰੀ ਪਲੇਨ ਪਾਸਿੰਗ ਥਰੂ ਐਨ ਆਬਜੈਕਟ ਔਰ ਅ ਸਟਰਕਚਰ ਵਿਚ ਡਿਵਾਈਡਸ ਅ ਆਬਜੈਕਟ ਔਰ ਸਟਰਕਚਰ ਇਨਟੂ 2 ਹਾਫਸ ਸੱਚ ਦੈਟ 1 ਹਾਫ ਇਜ਼ ਮਿਰਰ ਇਮੇਜ ਆਫ ਦ ਅਦਰ. ਕਿ ਬਰਾਬਰ ਇੱਕੋ ਜਿਹੇ 2 ਹਿੱਸਿਆਂ 'ਚ ਵੰਡਿਆ ਜਾਵੇ. ਲੈਫਟ ਐਂਡ ਰਾਈਟ ਇਸ ਤਰ੍ਹਾਂ ਲੱਗੇ ਕਿ ਸ਼ੀਸ਼ੇ 'ਚੋਂ ਦੇਖੀਏ ਕਿ ਉਹ ਮਿਰਰ ਇਮੇਜਸ ਨੇ. फॉर एग्जाम्पल जो असीं आपदा एक हत्थ देखते हैं लैफ्ट हैंड देखते हो मिरर दे विच तो तुहानूं वो लगता है कि मिरर च उल्ट दिसदा है वो राइट हैंड लगता है. सो राइट नूं देखिए तो लैफ्ट लगता. सो दोनों हत्थ ने जिहड़े दे आर मिरर इमेजिज ऑफ ईच अदर. अच्छा ये हो गया प्लेन ऑफ सिमेट्री की गल ही हल तक कर रहे हैं आपां. सो बीकर दे विच बेटा जे तां गलास नूं तां असीं किसी पासियों कट लईए तो वह 2 इक्वल हाफ्स डिवाइड हो जाए. बीकर का क्योंकि इस तरह एक पाउट है एक पासे है ना थोड़ा जा साइड तो उन्होंने वधिया हुंदा है. सो इसलिए इनू आपां इत्थों विच्चों ही कट करांगे तां ही 2 इक्वल हाफ्स दे विच वंडिया जा सकदा. सो आ प्लेन जिहड़ा दिखाया होया कि इहदे चों असीं डिवाइड कर दईए वी कैन कट इनटू 2 इक्वल हाफ्स.
ये हो गया प्लेन ऑफ सिमिट्री है ना। इमेज में आप मॉलिक्यूल दिखाया हुआ कि इफ़ वी आर हैविंग दिस मॉलिक्यूल CH3COH है तो दोनों पासे हाइड्रोजन है, विचों कट दिए वी कैन गैट 2 इक्वल हाफ्स, इतों कट दिए तो खब्बा ते सज्जा पासा बराबर ही लग रहे हैं। ओके दैन दे हैड शोन दिस मॉलिक्यूल कि लैफ्ट ते राइट वाले है इक्को जे लगन, बस फर्क की है कि मॉलिक्यूल दे इधर सज्जे पासे आ जो ब्रेकेज वाला दिखाया आ खब्बे पासे लगे हुए 3 ग्रुप्स, इस ते सज्जे पासे लगे हुए हैं, साइड चेंज होगी। सो दे आर मिरर इमेजेस ऑफ ईच अदर। अच्छा हुण आ मॉलिक्यूल दिखाया हुआ कि हुण इक्वल हाफ्स दे विच कट्टिया गया, जिवें उपर है जिन्ना उत्ते है जो चीज़ उत्ते है उही थल्ले है। सो इक्वल हाफ्स दे विच जिहड़ी चीज़ कट दिंदा कोई प्लेन, सो दैट इज़ ਅਸੀਂ ਅਜ਼ਿਊਮ ਕਰੀਏ ਕਿ ਉਹਦੇ ਵਿੱਚੋਂ ਕਿਸੇ ਨਾਈਫ ਨਾਲ ਕੱਟ ਰਹੇ ਹਾਂ, ਸੋ ਦੈਟ ਇਜ਼ ਕਾਲਡ ਪਲੇਨ ਆਫ ਸਿਮਿਟਰੀ। ਅੱਛਾ ਹਿਊਮਨ ਹੈਂਡ ਦਿਖਾਇਆ ਹੋਇਆ ਦੇਖੋ ਹੈ ਨਾ, ਨੋ ਪਲੇਨ ਆਫ ਸਿਮਿਟਰੀ, ਇਹਨੂੰ ਅਸੀਂ ਇਕੁਅਲ ਹਾਫਸ ਦੇ ਵਿੱਚ ਨਹੀਂ ਕੱਟ ਸਕਦੇ। ਸੋ ਇੱਕ ਪਾਸੇ ਕੱਟਾਂਗੇ ਦਿਲ ਬੀ ਦਿਸ ਫਿੰਗਰ ਐਂਡ ਥੰਬ ਦੇ ਆਰ ਡਿਫਰੈਂਟ, even fingers are different, so it cannot be cut into equal halves. Then comes to let's come to the next point, that is center of symmetry. Center of symmetry की है, again we have to imagine the point, so any point that we imagine is placed in the center of the substance। कि कोई भी लाइन दो इक्को जिहियां चीज़ां ਜਾਂ ਇੱਕੋ ਜਿਹੀਆਂ ਨਿਸ਼ਾਨੀਆਂ ਹੋਣ ਕਿਸੇ, ਫॉर एग्जाम्पल ਆ ਬੈਂਜ਼ੀਨ ਵਾਲਾ ਹੀ ਹੈ, ਸਿੰਪਲੀ ਕਾਰਬਨਸ ਦੇ ਥਰੂ ਆਪਾਂ ਕਰਦੇ ਹਾਂ, ਜਾਂ ਇਹਨੂੰ ਕਹੀਏ ਬੈਂਜ਼ੀਨ ਆ ਜਾਂ ਸਾਈਕਲੋਹੈਕਜ਼ੇਨ ਹੈ। ਵੈਨ ਵੀ ਪਾਸ ਜਿਸ ਤਰ੍ਹਾਂ ਆਹ ਅਤੇ ਆਹ ਸੇਮ ਹੈ ਨਾ, ਜਾਂ ਅਸੀਂ ਕਹਿ ਲਈਏ ਕਿ ਹੇਅਰ ਇਜ਼ ਹਾਈਡਰੋਜਨ, here is hydrogen ना भी कहिए तो if we say we pass it through these 2 points ਜਿਹੜੇ ਆਹ ਤੇ ਆਹ ਪੁਆਇੰਟ ਬਰਾਬਰ ਹੈ, ਆਹ ਤੇ ਆਹ ਪੁਆਇੰਟ ਬਰਾਬਰ, ਆਹ ਤੇ ਆਹ ਬਰਾਬਰ ਹੈ। ਜਦੋਂ ਅਸੀਂ ਇਹਨਾਂ ਦੇ ਵਿੱਚੋਂ ਦੀ ਲਾਈਨਸ ਪਾਸ ਕਰਾਂਗੇ ਸੈਂਟਰਲ ਪੁਆਇੰਟ ਨੂੰ ਕੰਸੀਡਰ ਕਰਕੇ, ਵੈਨ ਵੀ ਪਾਸ ਲਾਈਨ ਥਰੂ these 2 ਇਕੁਇਵਲੈਂਟ ਪੁਆਇੰਟਸ ਤਾਂ ਵੀ ਇਹਦੇ ਵਿੱਚੋਂ ਜਾਂਦੀ ਹੈ, ਇੱਥੋਂ ਪਾਸ ਕਰਦੇ ਹਾਂ ਫਿਰ ਵੀ ਜਾਂਦੀ ਹੈ, ਇੱਧਰੋਂ ਕਰਦੇ ਹਾਂ, ਸੋ ਦਿਸ ਮੀਨਸ ਦਿਸ ਇਜ਼ ਸੈਂਟਰ ਆਫ ਸਿਮਿਟਰੀ। ਸੋ ਕੰਪਲੀਕੇਟਡ ਥੋੜ੍ਹਾ ਜਿਹਾ ਆਹ ਮੋਲੀਕਿਊਲ ਦਾ ਦਿਖਾਇਆ ਹੋਇਆ। सो CH3 ਇੱਕੋ ਜਿਹੇ ਪੁਆਇੰਟਸ ਨੇ ਦੋਨੋਂ ਪਾਸੇ, ਪਰ ਇੱਕ ਪਾਸੇ ਉੱਪਰ ਹੈ ਇੱਕ ਪਾਸੇ ਨੀਚੇ ਹੈ ਰਿੰਗ ਦੇ ਨਾ। ਆਹ ਸਾਈਕਲੋ ਬਿਊਟੇਨ ਰਿੰਗ ਹੈ ਅਤੇ 2 ਗਰੁੱਪਸ ਨੇ ਜਿਹੜੇ ਆ ਅਤੇ ਆ ਆਈਡੈਂਟੀਕਲ ਨੇ। ਸੋ ਇਹਦੇ ਵਿੱਚੋਂ ਪਾਸ ਕਰਦੇ ਹਾਂ ਤਾਂ ਵੀ ਸੈਂਟਰ ਜਾਂਦੀ ਹੈ। ਇੱਧਰ COH ਨੀਚੇ ਹੈ, ਇੱਧਰ ਉੱਪਰ ਹੈ, ਈਵਨ ਦੈਨ ਦੇ ਆਰ ਸਿਮਿਲਰ ਪੁਆਇੰਟਸ। ਇੱਥੋਂ ਪਾਸ ਕਰਦੇ ਹਾਂ ਤਾਂ ਵੀ, ਜਾਂ ਅਸੀਂ ਈਵਨ ਕਾਰਬਨਸ 'ਚੋਂ ਪਾਸ ਕਰਾਂਗੇ ਕੋਰਨਰ ਵਾਲੀਆਂ 'ਚੋਂ ਤਾਂ ਵੀ। ਸੋ ਦਿਸ ਇਜ਼ ਸੈਂਟਰ ਆਫ ਸਿਮਿਟਰੀ। So imaginary, this is any imaginary point within a molecule at which all the straight lines passing through identical points in the molecule cross each other. ठीक है, so ਉਹਨੂੰ ਅਸੀਂ ਕਹਿੰਦੇ ਹਾਂ point of symmetry। so ਇਹ ਤਾਂ ਇੱਕ point ਹੈ। then comes axis of symmetry। ਹੁਣ axis of symmetry ਕੀ ਹੋਊਗਾ, point ਪਹਿਲਾਂ ਤਾਂ ਹੋ ਗਿਆ center of symmetry ਹੈ ਨਾ, ਉਹ ਇੱਕ point ਹੈ। axis of symmetry is a straight line, so single line है, it is along one axis, it is an imaginary line passing through the molecule so that when the molecule is rotated about this line exactly similar geometrical arrangements appear more than once on rotation through 360। so ਇਹਦਾ ਕੀ ਮਤਲਬ ਹੈ ਬੇਟਾ ਕਿ if we are having a square this rectangle ਜਾਂ ਫਿਰ ਕਹੀਏ ਸਕੁਏਅਰ, ਵੀ ਆਰ ਹੈਵਿੰਗ ਸਕੁਏਅਰ, ਅਤੇ ਇੱਥੇ ਅਸੀਂ ਪੁਆਇੰਟ ਸੇਮ ਲਏ ਹੋਏ ਹੈ ਕਿ ਵੀ ਆਰ ਹੈਵਿੰਗ ਏ। ਅਤੇ ਇਹਦੇ ਵਿੱਚੋਂ ਦੀ ਇੱਕ ਇਸ ਤਰ੍ਹਾਂ ਸਟਿਕ ਪਾਸ ਕਰੀਏ ਵਿਚ ਰਿਪਰੈਜ਼ੈਂਟਸ ਐਕਸਿਸ, ਇਸ ਤਰ੍ਹਾਂ ਇਹਦੇ ਵਿੱਚੋਂ ਲੰਘ ਕੇ ਜਾਂਦੀ ਹੈ। ਦੈਨ ਵੀ ਸਟਾਰਟ ਰੋਟੇਟਿੰਗ ਦਿਸ, ਕਿ ਜਿਹਦੇ ਵਿੱਚੋਂ ਦੀ ਇੱਕ ਚੌਰਸ ਤੁਸੀਂ ਗੱਤਾ ਲੈ ਲਿਆ, ਉਹਦੇ ਵਿੱਚੋਂ ਦੀ ਮੋਰੀ ਕੱਢ ਲਈ, ਉਹਦੇ ਵਿੱਚੋਂ ਦੀ ਇੱਕ ਇਸ ਤਰ੍ਹਾਂ ਦੀ ਸਟਿਕ ਪਾਸ ਕਰਤੀ ਸੈਂਟਰ 'ਚੋਂ ਮੋਰੀ ਕਰਕੇ ਇੱਥੋਂ ਦੀ, ਫਿਰ ਤੁਸੀਂ ਯੂ ਸਟਾਰਟ ਰੋਟੇਟਿੰਗ ਦਿਸ ਸਟਿਕ, ਤਾਂ ਇੱਕ ਪੁਆਇੰਟ ਫਿਕਸ ਕਰ ਲਿਆ ਕਿ ਆਪ ਇਸ ਪੋਜੀਸ਼ਨ 'ਤੇ ਇੱਕੋ ਜਿਹੇ ਪੁਆਇੰਟਸ ਕਿੰਨੀ ਵਾਰੀ ਆਉਂਦੇ ਆ। ਪਹਿਲੀ ਵਾਰੀ ਪੁਆਇੰਟ ਆ ਗਿਆ ਤੁਹਾਡਾ 1 ਹੈ ਨਾ, ਜਦੋਂ ਤੁਸੀਂ ਇਹਨੂੰ ਰੋਟੇਟ ਕਰਨਾ ਸ਼ੁਰੂ ਕੀਤਾ ਸੈਕਿੰਡ ਟਾਈਮ ਫਿਰ ਆ ਇੱਥੇ ਆ ਜਾਊਗਾ ਸਿਮਿਲਰ ਪੁਆਇੰਟ, 4 ਇੱਥੇ ਆ ਜਾਊਗਾ। ਪਹਿਲੀ ਵਾਰੀ ਫਸਟ ਸੀ ਫਿਰ 4 ਆ ਗਿਆ ਹੈ ਨਾ, ਫਿਰ ਅਗਲੀ ਵਾਰੀ ਫਿਰ ਰੋਟੇਟ ਕਰੋਗੇ ਹੋਰ 90 ਡਿਗਰੀ ਨਾਲ, ਫਿਰ ਪੁਆਇੰਟ 3 ਇੱਥੇ ਆ ਜਾਊਗਾ। ਫੋਰ ਐਗਜ਼ਾਮਪਲ ਆਹੀ ਦੱਸ ਰਹੀ ਨਾ ਮੈਂ ਕਿ ਇਫ ਯੂ ਸਟਾਰਟ ਰੋਟੇਟਿੰਗ ਦਿਸ ਸਟਿਕ ਵਿਚ ਹੈਜ਼ ਪਾਸ ਥਰੂ ਦਿਸ, ਆਹ ਕਾਰਡਬੋਰਡ ਹੈ, ਸੈਂਟਰ 'ਚ ਤੁਸੀਂ ਹੋਲ ਕੀਤਾ, ਆਹ ਤੁਸੀਂ ਇਹਦੇ 'ਚ ਇੱਕ ਸਟਿਕ ਪਾ ਲਈ,
then you start rotating the stick in such a way कि एक corner ਪਹਿਲਾਂ first corner ਇਸ position ਤੇ ਤੁਸੀਂ ਦੇਖ ਰਹੇ ਹੋ ਕਿ ਇਸ position ਤੇ similar positions ਕਿੰਨੀ ਵਾਰੀ ਆਉਂਦੀਆਂ ਸੋ ਇੱਥੇ ਆ ਗਿਆ first position फिर जो तुम रोटेट करोगे सैकेंड टाइम इत्थे आ जाऊगी आहा फोर्थ वाला इत्थे आ जाऊगा फिर रोटेट करोगे 90 डिग्री नाल तां आहा फिर इत्थे 3 आ जाऊगा फिर रोटेट करोगे तां सैकेंड पोजीशन आ गई दिस मीनस यू आर गेटिंग जदों 360 तुसी पूरा चक्कर लाओगे यू विल गेट 4 सच आइडेंटिकल पोजीशनस है ना ए चारे ग्रुप सेम है तो थोनों लगता ही नहीं कोई फर्क है सो 4 टाइम्स यू आर गेटिंग द सेम पिक्चर और सेम पोजीशन सो दैट इज़ जब 4 बारी वही चीज़ आऊगी तो तुसी कहोगे 4 फोल्ड सिमिट्री है जे ट्रायंगल है जिस तरह लेंदे इफ़ वी आर हैविंग सम ट्रायंगल पहला तो एक जिस तरह 2 पॉइंट्स ने यह स्टिक है थोड़ी इनू तुसी रोटेट करते हो है ना तो 2 ही पोजीशनस आउणगियां 2 पोजीशनस पहला ए इत्थे है तो एक इत्थे है जो 180 नाल रोटेट करता यू विल गेट दिस ए हेयर इंटरचेंज हो गई पोजीशनस पर क्योंकि सिमिलर पोजीशनस 2 बारी आउणगियां 180 नाल रोटेट करके फिर वही पोजीशन आउणी है सो दिस इज़ 2 फोल्ड एक्सिस ऑफ सिमिट्री जो ही चीज़ 3 बारी आ जाए जे 3 एज होणगे इट यू विल गेट इट 3 टाइम्स कि ए इस तरह कर दिओ जो इन्हूं रोटेट करोगे सम स्टिक पासिंग थ्रू दिस वैन यू स्टार्ट रोटेटिंग तो ए है जिहड़ियां पहला एक पहली ए आह सी A1 सी फिर A2 उत्थे आ जाऊगी फिर A3 भी उत्थे आ जाऊगी so you will get similar position 3 times so this is axis of symmetry जिहड़ी axis दे थ्रू तुसीं रोटेट करके बार बार similar situation आउंदी है that is called axis of symmetry किन्नी बारी आउंदी ओह ओना फोल्ड हो गया 2 बारी आउंदी है 2 fold axis of symmetry 3 बारी आउंदी है 3 fold axis of symmetry so point हो गया center of symmetry एक सिंगल लाइन दे थ्रू रोटेट करदे हो एक स्टिक पा के उहदे थ्रू रोटेट करते हैं that is axis of symmetry and if you cut through some blade by some blade जिहड़ा 2 dimensional है that is plane of symmetry so 3 उहदे हो गई terms okay then this is representation of तुहानूं मैं दस्सिया सीगा ਜਿਹੜਾ ਆਪਾਂ ਪਹਿਲਾਂ ਕੀਤਾ ਦਿਸ ਇਜ਼ ਦਾ ਮਾਡਲ ਆਪਣੀ ਲੈਬ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਬਨ ਬਾਲਸ ਨੇ ਵਿਚ ਇਜ਼ ਹੈਵਿੰਗ 4 ਪੋਜੀਸ਼ਨਸ ਜਿੱਥੇ ਸਟਿਕਸ ਪਾ ਸਕਦੇ ਹਾਂ देयर आर 4 ਹੋਲਸ ਸੋ 4 ਇਸ ਤਰ੍ਹਾਂ ਡਿਫਰੈਂਟ ਐਟਮਸ ਦਿਖਾਏ ਹੋਏ ਹੈ ਸੋ ਵੀ ਕੈਨ ਮੇਕ ਸੱਚ ਮਾਡਲਸ ਜੇ ਆਪਾਂ ਕਲਾਸ 'ਚ ਹੁੰਦੇ ਤਾਂ ਆਪਾਂ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦੇ ਸੀ ਸੋ ਦਿਸ ਇਜ਼ ऑप्टिकल आइसोमर्स का रफ एस्टीमेट तुहानूं जिहड़ी अपीयरेंस है वो दसनी है सो दिस इज़ मॉडल हैविंग 4 पॉइंट्स 4 डिफरेंट ग्रुप्स और 4 डिफरेंट एटम्स अटैच टू दिस सो बटे अज इन्नियां जनरल टर्म्स ही कर लिए दैट इज़